ਲੋਕਾਂ ਦੀ ਜਿਹੜੇ ਜਨਤਾ ਦਾ ਟੈਕਸ ਹੈ ਸਿਰਫ ਉਹ ਲੈ ਕੇ ਹਰ ਰੋਜ਼ ਨਵਾਂ ਪਲਾਂਟ ਆ ਜਾਂਦਾ ਹੈ, ਨਵੀਂ ਕਹਿੰਦੇ ਟੈਕਨੋਲੋਜੀ ਨਾਲ ਕਰਾਂਗੇ, ਪਰ ਗਰਾਊਂਡ ਰਿਪੋਰਟ ਕੀ ਹੈ ਉਹ ਜਾ ਕੇ ਦੇਖੋ, ਤੁਹਾਨੂੰ ਆਪੇ ਰਿਅਲਾਈਜ਼ ਹੋਏਗਾ ਉੱਥੇ ਕੋਈ ਵਰਕਿੰਗ नहीं हो रही, सारा का सारा पैसा भ्रष्टाचार से जा रहा है। 17 सालों से जो उन्होंने करप्शन इतनी की है उस डंपिंग ग्राउंड को लेके कि आज हम ये करेंगे वो करेंगे, इतना पैसा लगा दिया। हमने तो सिर्फ रिपोर्ट मांगी थी कि हमें रिपोर्ट प्रोवाइड करो, 17 सालों से जो पैसा लगा है आपने कहाँ पे खर्च किया, क्या प्रोसेसिंग हुई। पहाड़ नहीं खत्म होने वाला जी, ये सिर्फ इन्हों का लुट का एक जरिया सी। इन्होंने 432 करोड़ का जो प्रोजेक्ट आ रहा है ये अगले इलैक्शन की तैयारी कर रहे। ਜਦੋਂ MP ਬਦਲਿਆ ਜਾਏਗਾ, ਸਾਡਾ ਕੰਟਰੋਲ ਜਦੋਂ ਹੋਏਗਾ ਸ਼ਹਿਰ ਦੇ ਉੱਪਰ, ਫਿਰ ਤੁਹਾਨੂੰ ਅਸੀਂ ਕੰਮ ਕਰਕੇ ਦਿਖਾਵਾਂਗੇ। ਜਦੋਂ ਤੁਹਾਡੀ ਸੋਚ ਹੋਵੇ ਕੰਮ ਕਰਨ ਦੀ, ਤੁਸੀਂ ਤਾਂ ਰਿਜ਼ਲਟ ਕੱਢ ਸਕਦੇ ਹੋ। ਨਾ BJP ਦੀ ਇਹ ਸੋਚ ਹੈ, ਨਾ ਇਹ ਕਾਂਗਰਸ ਦੀ ਸੋਚ ਹੈ। ਚੰਡੀਗੜ੍ਹ ਵਿੱਚ ਇੱਕ ਬਹੁਤ ਵੱਡਾ ਕੂੜੇ ਦਾ ਪਹਾੜ ਹੈਗਾ ਔਰ ਕੂੜੇ ਦੇ ਪਹਾੜ ਨੂੰ ਲੈ ਕੇ ਚੰਡੀਗੜ੍ਹ ਵਿੱਚ ਪਿਛਲੇ ਕਈ ਸਾਲਾਂ ਤੋਂ ਰਾਜਨੀਤੀ ਜਿਹੜੀ ਆ ਉਹ ਚੱਲ ਰਹੀ ਹੈ। ਪਿਛਲੇ 2-3 ਇਲੈਕਸ਼ਨ ਤਾਂ ਉਸ ਕੂੜੇ ਦੇ ਪਹਾੜ ਨੂੰ ਲੈ ਕੇ ਲੜੇ ਗਏ ਨੇ, ਪਰ ਉਹ ਕੂੜੇ ਦਾ ਪਹਾੜ ਦਾ ਸਾਈਜ਼ ਲਗਾਤਾਰ ਘਟਣ ਦੀ ਬਜਾਏ ਵੱਧ ਰਿਹਾ ਔਰ ਜਿਹੜੇ ਆਸ-ਪਾਸ ਰਹਿਣ ਵਾਲੇ ਲੋਕੀ ਆ ਉਹ ਦੁਖੀ ਆ। ਔਰ ਕੂੜੇ ਦੇ ਪਹਾੜ ਨੂੰ ਹਟਾਉਣ ਲਈ ਕਈ ਸਟੱਡੀ ਟੂਰ ਕੀਤੇ ਗਏ, ਪਰ ਅਜੇ ਤੱਕ ਉਹ ਉੱਥੇ ਦੇ ਉੱਥੇ ਹੀ ਖੜਾ ਹੈ। ਹੁਣ ਫਿਰ ਕਹਿੰਦੇ ਚੰਡੀਗੜ੍ਹ ਦੇ ਪਾਰਸ਼ਦਾਂ ਦਾ ਤੇ ਅਫਸਰਾਂ ਦਾ ਇੱਕ ਸਟੱਡੀ ਟੂਰ ਗਿਆ ਗੋਆ ਤੇ ਬੰਬੇ ਤੇ, ਪਰ ਆਮ ਆਦਮੀ ਪਾਰਟੀ ਦੇ ਜਿਹੜੇ ਪਾਰਸ਼ਦ ਆ ਉਹ ਉਸ ਦਾ ਵਿਰੋਧ ਕਰ ਰਹੇ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਵੀ ਵਿਰੋਧ ਕਿਉਂ। ਸਰ, ਇਹ ਵਿਰੋਧ ਕਿਉਂ? ਵਿਰੋਧ ਸਰ ਤੁਹਾਡੇ ਸਾਹਮਣੇ ਹੀ ਹੈ। ਕਿੰਨੀਆਂ ਬਿਮਾਰੀਆਂ ਇੱਥੇ ਫੈਲ ਰਹੀਆਂ, ਲੋਕਾਂ ਨੂੰ ਅਸਥਮਾ ਹੋ ਰਿਹਾ ਹੈ, ਲੋਕਾਂ ਨੂੰ ਗਾਇਨੀ ਦੀ ਪ੍ਰੋਬਲਮ ਹੋ ਰਹੀ ਹੈ। ਆਪਣੇ ਜਿਹੜੇ ਕਾਉਂਸਲਰ ਹੈ, ਲੋਕਲ ਏਰੀਆ ਰੈਜ਼ੀਡੈਂਟ ਹੈ, ਉੱਥੇ ਕਾਉਂਸਲਰ ਵੀ ਹੈ ਟੀਟਾ ਜੀ, ਉਹਨਾਂ ਦੇ ਫਾਦਰ ਦੀ ਖੁਦ ਦੀ ਡੈਥ ਹੋ ਗਈ 2021 ਵਿੱਚ। ਉਹਨਾਂ ਨੂੰ ਅਸਥਮਾ ਦੀ ਪ੍ਰੋਬਲਮ ਹੋ ਗਈ ਕਿਉਂਕਿ ਦਿਨ ਰਾਤ ਉੱਥੇ ਬਦਬੂ ਆਉਂਦੀ ਹੈ। ਬਿਲਕੁਲ ਉਹਨਾਂ ਦਾ ਘਰ ਡੰਪਿੰਗ ਗਰਾਊਂਡ ਦੇ ਬਿਲਕੁਲ ਨਾਲ ਹੈ। ਇਹ ਮੁੱਦਾ ਹੁਣ ਸਿਰਫ ਡੱਡੂ ਮਾਜਰੇ ਤੱਕ ਸੀਮਿਤ ਨਹੀਂ ਰਿਹਾ। ਮੈਂ 38 'ਚ ਰਹਿਣਾ, ਉੱਥੇ ਵੀ ਬਦਬੂ ਆ ਰਹੀ ਹੈ। 37 ਹੋ ਗਿਆ, 36 ਹੋ ਗਿਆ, ਉਧਰੋਂ ਤਨਾਸ ਹੋ ਗਿਆ, ਯੂਨੀਵਰਸਿਟੀ ਤੱਕ ਇਹ ਬਦਬੂ ਡੇਲੀ ਫੈਲਦੀ ਜਾ ਰਹੀ ਹੈ। ਤੇ ਹੁਣ ਜਿਵੇਂ ਬਰਸਾਤਾਂ ਨੇ, ਬਰਸਾਤਾਂ 'ਚ ਤਾਂ ਹੋਰ ਜ਼ਿਆਦਾ ਦਿੱਕਤ ਹੈ। ਸਮੈਲ ਇੰਨੀ ਜ਼ਿਆਦਾ ਸ਼ਾਮ ਨੂੰ ਆ ਰਹੀ ਹੈ। ਜਿੰਨੇ ਵੀ ਸੀਨੀਅਰ ਸਿਟੀਜ਼ਨ ਹੈ, ਪਾਰਕ ਬਣੇ ਹੋਏ ਉੱਥੇ ਵਾਕ ਕਰਨ ਜਾਂਦੇ ਹੈ, ਉਹ ਬਾਰ-ਬਾਰ ਇਸ ਚੀਜ਼ ਦੀ ਕੰਪਲੇਂਟ ਕਰਦੇ ਵੀ ਇੱਥੇ ਬਹੁਤ ਜ਼ਿਆਦਾ ਦਿੱਕਤ ਹੈ, ਸਾਨੂੰ ਸਾਹ ਲੈਣ 'ਚ ਵੀ ਦਿੱਕਤ ਆਉਂਦੀ ਹੈ। ਕੱਲ੍ਹ ਨੂੰ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਕਿਵੇਂ ਦਾ ਫਿਊਚਰ ਦੇ ਰਹੇ ਹਾਂ, ਇਹ ਤਾਂ ਇਸ ਗੱਲ ਦਾ ਵਿਰੋਧ ਹੋ ਰਿਹਾ। ਦੂਸਰੀ ਗੱਲ ਇਹ ਹੈ ਵੀ ਜੋ ਪਿਛਲੇ ਇੰਨੇ 15 ਸਾਲ ਤੋਂ ਇਹ ਕਰ ਰਹੇ ਹੈ, ਸਿਰਫ ਲੋਕਾਂ ਦੀ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ। ਲੋਕਾਂ ਨੂੰ ਪੈਸੇ ਲਈ ਜਾ ਰਹੇ, ਲੋਕਾਂ ਦੀ ਜਿਹੜੇ ਜਨਤਾ ਦਾ ਟੈਕਸ ਹੈ ਸਿਰਫ ਉਹ ਲੈ ਕੇ ਹਰ ਰੋਜ਼ ਨਵਾਂ ਪਲਾਂਟ ਆ ਜਾਂਦਾ ਹੈ, ਨਵੀਂ ਕਹਿੰਦੇ ਟੈਕਨੋਲੋਜੀ ਨਾਲ ਕਰਾਂਗੇ, ਪਰ ਗਰਾਊਂਡ ਰਿਪੋਰਟ ਕੀ ਹੈ ਉਹ ਜਾ ਕੇ ਦੇਖੋ, ਤੁਹਾਨੂੰ ਆਪੇ ਰਿਅਲਾਈਜ਼ ਹੋਏਗਾ ਉੱਥੇ ਕੋਈ ਵਰਕਿੰਗ ਨਹੀਂ ਹੋ ਰਹੀ, ਸਾਰਾ ਦਾ ਸਾਰਾ ਪੈਸਾ ਭ੍ਰਸ਼ਟਾਚਾਰ 'ਚ ਜਾ ਰਿਹਾ। ਮੈਡਮ, ਸਟੱਡੀ ਟੂਰ ਗਿਆ, ਉਹ ਸਟੱਡੀ ਟੂਰ ਇਸ ਲਈ ਗਿਆ ਵੀ ਆਪਾਂ ਪਹਾੜ ਨੂੰ ਹਟਾਵਾਂਗੇ ਜਿਹੜਾ ਕਿ ਹਾਲੇ ਤੱਕ ਨਹੀਂ ਹਟ ਪਾਇਆ, ਉੱਥੇ ਪਲਾਂਟ ਲਗਾਵਾਂਗੇ। ਫਿਰ ਵਿਰੋਧ ਕਿਉਂ? ਕਿਸ ਚੀਜ਼ ਦਾ ਕਿਉਂ ਵਿਰੋਧ ਕਰ ਰਹੇ ਹੋ ਜਦੋਂ ਇਹ ਇੰਨੀ ਵੱਡੀ ਪ੍ਰੋਬਲਮ ਹੈਗੀ ਹੈ? ਜਿੱਦਾਂ ਦੱਸਿਆ ਵੀ ਲੋਕੀ ਬੜੇ ਤੰਗ ਹੈਗੇ ਆ ਔਰ ਸਰਕਾਰ ਉਹਨੂੰ ਹਟਾਉਣਾ ਚਾਹੁੰਦੀ ਹੈ। ਕਾਉਂਸਲਰਾਂ ਦਾ ਟੂਰ ਲੈ ਕੇ ਗਏ, ਉਸ 'ਚ ਅਫਸਰ ਹੈਗੇ ਆ, ਉਸ 'ਚ ਆਮ ਨਾਗਰਿਕ ਵੀ ਹੈਗੇ, ਉਸ ਦਾ ਵਿਰੋਧ ਕਿਉਂ ਕਰ ਰਹੇ ਹੋ? देखो, विरोध इसलिए कर रहे हैं, पिछले 17 साल से इसके ऊपर राजनीति हो रही है लेकिन अब तक इसका कोई सोल्यूशन नहीं निकला है। वो कूड़े का जो पहाड़ था वो बढ़ता जा रहा है, आज तक वो कम नहीं हुआ। तो विरोध सिर्फ इसलिए, अगर जाना ही था ऑफिसर्स को जाना था, 2 या 4 ऑफिसर्स आज से पहले जाते आए हैं, तो आज इस टाइम ऐसा क्या हुआ कि 11 ऑफिसर्स गए हैं। काउंसलर ने जाना तो हर पार्टी के 2-2 काउंसलर्स लेकर जाते, 16 काउंसलर्स गए हैं, आगे से उनके हस्बैंड गए हैं, उनके फैमिली मेम्बर्स। तो ये तो सरासर एक तरह से जनता के ऊपर जो टैक्स का पैसा है उसको यूटिलाइज ही गलत तरीके से कर रहे हैं। वो चीज़ गलत है, हम इस चीज़ का विरोध कर रहे हैं। जाना था अपना, लिमिटेड बंदे जाते, देख कर आते, उस चीज़ को इम्प्लीमेंट करते। और बाकी आप इम्प्लीमेंट क्या करेंगे? 17 सालों से जो उन्होंने करप्शन इतनी की है उस डंपिंग ग्राउंड को लेके कि आज हम ये करेंगे वो करेंगे, इतना पैसा लगा दिया। हमने तो सिर्फ रिपोर्ट मांगी थी कि हमें रिपोर्ट प्रोवाइड करो, 17 सालों से जो पैसा लगा है आपने कहाँ पे खर्च किया, क्या प्रोसेसिंग हुई। लेकिन उन्होंने उसका रिपोर्ट देने की बजाय स्टडी टूर प्लान कर लिए कि हम स्टडी टूर पे जाएंगे। अब देखते हैं क्या सीख के आते हैं और वो क्या करते हैं यहाँ पर आकर। मैडम, ये कोई स्टडी टूर कोई पहली बार नहीं गया, इस तो पहला भी कई बार स्टडी टूर गए आ, उसका की रिजल्ट रहा? देखो, रिजल्ट तो क्या ही रहा है, लेकिन ये था कि स्टडी टूर पर जाएंगे, कुछ सीख कर आएंगे। जब पहले ही डिसाइड कर लिए कि वहाँ पर प्लांट लगना है, CNG प्लांट लगना है, तो स्टडी टूर पे जाने का क्या फ़ायदा था? जब ऑलरेडी डिसाइडेड था कि ये हमने करना ही है, फिर तो वेस्टेज ऑफ मनी है एक तरह से ये। सर, जिद्दां मैडम ने कहा भी 17 साल तो लगातार राजनीति हो रही है,
ਤਾਂ ਫਿਰ ਕੀ ਗਰੰਟੀ ਹੈ ਵੀ ਜਿਹੜਾ ਇਹ ਸਟੱਡੀ ਟੂਰ ਹੈਗਾ ਇਸ ਤੋਂ ਬਾਅਦ ਵੀ ਇਸ ਤੇ ਰਾਜਨੀਤੀ ਨਹੀਂ ਹੋਏਗੀ ਔਰ ਪਹਾੜ ਜਿਹੜਾ ਉਹ ਖਤਮ ਹੋ ਜਾਏਗਾ? ਪਹਾੜ ਨਹੀਂ ਖਤਮ ਹੋਣ ਵਾਲਾ ਜੀ, ਇਹ ਸਿਰਫ ਇਹਨਾਂ ਦਾ ਲੁੱਟ ਦਾ ਇੱਕ ਜਰੀਆ ਸੀ। ਇਹਨਾਂ ਨੇ 432 ਕਰੋੜ ਦਾ ਜਿਹੜਾ ਪ੍ਰੋਜੈਕਟ ਆ ਰਿਹਾ ਇਹ ਅਗਲੇ ਇਲੈਕਸ਼ਨ ਦੀ ਤਿਆਰੀ ਕਰ ਰਹੇ। ਉੱਥੇ ਜਿਹੜਾ ਡੰਪਿੰਗ ਗਰਾਊਂਡ ਦਾ ਡੰਪ ਤੁਹਾਨੂੰ 1 ਸਾਲ ਬਾਅਦ ਵੀ ਉਵੇਂ ਹੀ ਮਿਲਣਾ। ਤੁਸੀਂ ਦੇਖ ਲੈਣਾ ਇੰਨੇ ਸਾਲਾਂ ਤੋਂ ਜੋ ਕਹਿ ਰਹੇ ਨੇ ਸਿਰਫ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ। ਇਹਨਾਂ ਨੇ ਜਿੰਨਾ ਪੈਸਾ ਆ ਰਿਹਾ ਇਹ ਉੱਪਰ ਤੱਕ ਪੈਸਾ, ਸਾਰਿਆਂ ਦੀ ਇਨਵੋਲਵਮੈਂਟ ਇਹਦੇ ਵਿੱਚ, ਹਰ ਅਫਸਰ ਨੂੰ ਵੀ ਪੈਸਾ ਜਾਣਾ ਇਹਦੇ ਵਿੱਚ। ਤੇ ਦੂਸਰਾ ਇਹ ਪੈਸਾ ਅਗਲੇ ਸਾਲ MP ਚੋਣਾਂ 'ਚ ਇਹਨਾਂ ਨੇ ਲਾਣਾ। ਇਹ ਉਸੇ ਲਈ ਲੋਕਾਂ ਦੀਆਂ ਜੇਬਾਂ ਦੇ ਡਾਕਾ ਮਾਰ ਰਹੇ ਆ। ਮੈਡਮ ਮੈਨੂੰ ਇਹ ਨਹੀਂ ਸਮਝ ਆਉਂਦੀ, ਕੂੜਾ ਹੈਗਾ, ਤੁਸੀਂ ਵੀ ਆਪਣੇ ਘਰ 'ਚੋਂ ਕੂੜਾ ਕੱਢਦੇ ਹੋ, ਮੈਂ ਵੀ ਆਪਣੇ ਘਰ 'ਚੋਂ ਕੂੜਾ ਕੱਢਦਾ, ਸਾਰੇ ਲੋਕੀ ਆਪਣੇ ਘਰ 'ਚ ਕੂੜਾ ਕੱਢਦੇ ਆ। ਚੰਡੀਗੜ੍ਹ ਵਿੱਚ ਹਰ ਇੱਕ ਬੰਦਾ ਕੂੜੇ ਦੇ ਪੈਸੇ ਦੇ ਰਿਹਾ ਕੱਢਣ ਦੇ, ਜਦ ਕਿ ਕੂੜੇ ਵਿੱਚ ਤਾਂ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈ ਜਿਹੜਾ ਕੂੜੇ 'ਚ ਹਰ ਇੱਕ ਆਈਟਮ ਵਿਕਣ ਵਾਲੀ ਹੈ। ਕਾਗਜ਼ ਵਿਕਣ ਵਾਲਾ, ਲੋਹਾ ਵਿਕਣ ਵਾਲਾ, ਸ਼ੀਸ਼ਾ ਵਿਕਣ ਵਾਲਾ, ਪਲਾਸਟਿਕ ਵਿਕਣ ਵਾਲਾ, ਜਿਹੜਾ ਦੂਜਾ ਗਿੱਲਾ ਕੂੜਾ ਹੈਗਾ ਜਿਸ 'ਚ ਆਪਾਂ ਖਾਣ ਪੀਣ ਦੀ ਆਈਟਮਾਂ ਕਹਿ ਲਓ ਜਾਂ ਫਿਰ ਕਹਿੰਦੇ ਜਿਹੜਾ ਪੌਦਿਆਂ ਦਾ ਵੇਸਟ ਕਹਿ ਲਓ, ਉਸ 'ਚ ਖਾਦ ਬਣ ਜਾਏਗੀ। ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਕੂੜੇ 'ਚ ਇੱਕ ਵੀ ਆਈਟਮ ਇਹੋ ਜਿਹੀ ਨਹੀਂ ਹੈ ਜਿਸ 'ਚ ਕਮਾਈ नहीं हो सकती, फिर साथों पैसे क्यों लिते जा रहे हैं? देखो हर चीज़ को इन्होंने प्रोसेसिंग के लिए जैसे छः पार्ट्स में डिवाइड किया है कि वेट वेस्ट अलग है, हॉर्टिकल्चर वेस्ट अलग है, ड्राई वेस्ट अलग है, एंड 6 टाइप का इन्होंने वेस्टेज निकाला है। वहाँ से कमा रहे हैं, लेकिन वहाँ कूड़ा आ कहाँ से रहा है? अगर वहाँ जा रहा है तो प्रोसेस क्यों नहीं हो रहा है? जब ये 6 आइटम्स आप अलग करके अलग अलग साइट्स पर लेकर जा रहे हो तो वहाँ कूड़ा पहुँच कौन सा रहा है? और जो कि वो साइड से जो पहाड़ है वो बढ़ता जा रहा है और उसको वो प्रोसेस कर क्या रहे हैं? जो इन्होंने अलग अलग प्लांट्स छोटे छोटे लगाए वहाँ क्या प्रोसेसिंग हो रही है? अगर उसमें से भी पैसा आ रहा है तो वो पैसा कहाँ जा रहा है? कुछ किसी चीज़ की क्लैरिफिकेशन कुछ भी नहीं है इनके पास। अगर पूछा जाता है तो धक्केशाही चलती है, तानाशाही है इनकी, हमें बाहर निकाल दिया जाता है। सवाल पूछने पे कोई जवाबदेही नहीं है, कोई अकाउंटेबिलिटी नहीं है इनकी। जैसे कहते हैं ना हिटलर शाही चल रही है इनकी, वो चल रहा है इनका शासन। और एक चीज़ मैं इसमें ये ऐड करना चाहूँगा, एक बड़ी अच्छी एग्जांपल है वो है शिमला की। शिमला में आप देखोगे वहाँ जो डोर टू डोर कलेक्शन है वो फ्री ऑफ कॉस्ट हो रही है। जो भी कंपनी ने, जिसने भी टेंडर लिया हुआ है, वो खुद जाके घरों से पैसा कचरा उठाते हैं और उसको प्रोसेस भी करते हैं। और चंडीगढ़ में क्या हो रहा है, कूड़ा उठाने के 230 रुपये मिनिमम लिए जा रहे हैं। तो चंडीगढ़ को ये शिमला से भी सीखना चाहिए। अगर वो छोटा सा शहर जो पहाड़ों की रानी, अगर वो ऐसा कर सकते हैं, हम तो फिर भी स्मार्ट सिटी हैं, स्मार्ट टेक्नोलॉजी है, तो हम लोगों की जनता पे बाहर क्यों डाल रहे हैं? क्यों 230 रुपये ले रहे हैं? जब इनकी हर आइटम बिक सकती है, पैसा इकट्ठा हो सकता है, फिर इनको क्या जरूरत पड़ गई हर बिल में 230 रुपये लग के आ रहे हैं। और एक चीज़ और है जिसमें क्या है, सिंगल स्टोरी बहुत बनी हुई है घर में, उनका फर्स्ट और सेकंड फ्लोर नहीं है। आप बिल में देखो उनके भी 660 रुपये या 690 रुपये लग के आ रहे हैं। तो ये क्या है? ये शरेआम लूट है। कॉरपोरेशन लोगों की जेबों में डाका डाल रहा है, जो कि सरासर गलत है। इनको दूसरे शहरों से सीखना चाहिए जिन्होंने बहुत अच्छा काम किया है। पर यहाँ पे क्या हो रहा है, यहाँ पे सिर्फ राजनीति होती है। पिछले 17 सालों से पूरा चंडीगढ़ गवाह है इसका, और आपको 1 साल के बाद भी यही पहाड़ ऐसे का ऐसे मिलेगा। मैडम आम आदमी पार्टी की स्ट्रेटजी है, क्योंकि देखो लुੱਟ हो रही है, सोनू भी पता है लुੱਟ हो रही है और तुम विरोध भी कर रहे हो, पर क्योंकि इस विरोध का कोई असर सामने नज़र नहीं आ रहा। अगले की हुण की मैं विरोध ਨੂੰ ਹੋਰ ਜ਼ਿਆਦਾ ਤਗੜਾ ਕੀਤਾ ਜਾਏਗਾ ਜਾਂ ਕਿਸ ਤਰ੍ਹਾਂ, ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ ਇਸ ਵਿਰੋਧ ਦਾ, ਜਿਹੜਾ ਪਹਾੜ ਆ ਉਹ ਹਟੇ किसी तरीके ਨਾਲ। देखो हम तो हर तरीके से लगे कि इस पहाड़ को कम किया जाए। जो आसपास के लोग वहाँ पर रह रहे हैं उनको इतनी ज़्यादा प्रॉब्लम वो लोग फेस कर रहे हैं, वो फेस ना करनी पड़े। लेकिन वो जो बीजेपी कांग्रेस वाले वो अपना देख रहे हैं कि हमें तो गोवा जाना था, हम गोवा घूम के आ जाएंगे। कोई स्टडी टूर नहीं है, ये सिर्फ मौज मस्ती के लिए एक तरह से अपना छुट्टियां मनाने चले गए हैं। लेकिन उन लोगों को जो आसपास के लोग रह रहे हैं उनसे कुछ नहीं लेना देना। अगर वाकई में लेना देना होता तो वहाँ पहले जाते, डंपिंग ग्राउंड पर जाके देखते कि एक्चुअल में कंडीशन क्या है। मुझे नहीं लग रहा कि वहाँ जितने भी काउंसलर स्टडी टूर पे गए हैं कोई एक्चुअल में वहाँ की कंडीशन देख कर आया होगा कि लोग एक्चुअल में क्या वहाँ पर फेस कर रहे हैं। तो ये आगे आम आदमी पार्टी इसके लिए और भी कुछ, जैसे अभी तो कॉन्फ्रेंसेस चल रही हैं, लेकिन अगर ज़रूरत पड़ी, पीछे हमने कैंडल मार्च भी निकाला है, विरोध प्रदर्शन भी कर रहे थे, इसको और तेज़ भी हम करेंगे। अगर इसका अब तक कोई सोल्यूशन नहीं निकला, हमें कोई जवाबदेही नहीं हुई कि पिछले 17 सालों में आपने पैसा खर्च किया, कहाँ कहाँ किस तरीके से आपने उसको प्रोसेस किया प्लांट को, अगर जवाब नहीं मिला। सर जिदा मतलब कि मैं पिछले 2-3 इलैक्शन देखे आ, लोक सभा के इलैक्शन डंपिंग ग्राउंड एक बहुत बड़ा मुद्दा सीगा कि आम आदमी पार्टी इस जड़ा कहते ਜਿਹੜੇ ਇਲੈਕਸ਼ਨ ਹੈਗੇ ਆ ਹੁਣ, ਕਿਉਂਕਿ ਇਲੈਕਸ਼ਨ ਈਅਰ ਚੱਲ ਰਿਹਾ, ਕਦੀ ਵੀ ਇਲੈਕਸ਼ਨ ਜਿਹੜੇ ਆ ਅਨਾਉਂਸ ਹੋ ਸਕਦੇ ਆ। ਹਾਲਾਂਕਿ ਉਹ ਅਗਲੇ ਸਾਲ ਸਟਾਰਟਿੰਗ 'ਚ ਹੈਗੇ ਆ, ਪਰ ਇਹ ਵੀ ਕਿਹਾ ਜਾ ਰਿਹਾ ਵੀ ਸ਼ਾਇਦ
ਉਹ ਇਹ ਜਿਹੜੀਆਂ 5 ਸਟੇਟਾਂ ਦੇ ਨਾਲ ਇਲੈਕਸ਼ਨ ਆ, ਲੋਕ ਸਭਾ ਦੇ ਇਲੈਕਸ਼ਨ ਕਰਾਏ ਜਾ ਸਕਦੇ, ਤਾਂ ਇਹ ਕੀ ਇਸ ਵਾਰੀ ਵੀ ਇਹ ਵੱਡਾ ਮੁੱਦਾ ਰਹੇਗੀ ਔਰ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਚੱਕੇਗੀ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ? ਆਮ ਆਦਮੀ ਪਾਰਟੀ ਫਸਟ ਡੇ ਤੋਂ ਹੀ ਇਹ ਚੱਕ ਰਹੀ, ਸਾਡੀ ਗਰੰਟੀ ਵੀ ਸੀ, ਅਸੀਂ ਕਿਹਾ ਸੀ ਜੇ ਸਾਡਾ ਮੇਅਰ ਬਣੇਗਾ ਅਸੀਂ ਇਹਦਾ ਸੋਲੂਸ਼ਨ ਕੱਢਾਂਗੇ। ਪਰ ਮੇਰੀ ਜਨਤਾ ਨੂੰ ਇਹੀ ਅਪੀਲ ਹੈ, ਹੁਣ ਟਾਈਮ ਆ ਗਿਆ ਬਦਲਾਵ ਦਾ, ਐਮਪੀ ਬਦਲੋ, ਤਾਂ ਜਦੋਂ ਐਮਪੀ ਬਦਲਿਆ ਜਾਏਗਾ ਸਾਡਾ ਕੰਟਰੋਲ ਜਦੋਂ ਹੋਏਗਾ ਸ਼ਹਿਰ ਦੇ ਉੱਪਰ, ਫਿਰ ਤੁਹਾਨੂੰ ਅਸੀਂ ਕੰਮ ਕਰਕੇ ਦਿਖਾਵਾਂਗੇ। ਜਦੋਂ ਤੁਹਾਡੀ ਸੋਚ ਹੋਵੇ ਕੰਮ ਕਰਨ ਦੀ, ਤੁਸੀਂ ਤਾਂ ਰਿਜ਼ਲਟ ਕੱਢ ਸਕਦੇ ਹੋ। ਨਾ ਬੀਜੇਪੀ ਦੀ ਇਹ ਸੋਚ ਹੈ, ਨਾ ਇਹ ਕਾਂਗਰਸ ਦੀ ਸੋਚ ਹੈ। ਇਹਨਾਂ ਨੂੰ ਸਿਰਫ ਇਹ ਲੁੱਟਣ ਦਾ ਇੱਕ ਜਰੀਆ ਮਿਲਿਆ ਹੋਇਆ, ਸੋਨੇ ਦੀ ਖਦਾਨ ਹੈ ਇਹਨਾਂ ਵਾਸਤੇ। ਪਿਛਲੇ 15 ਸਾਲ ਤੋਂ ਤੁਸੀਂ ਰੈਗੂਲਰ ਦੇਖ ਰਹੇ ਹੋ ਉੱਥੇ ਕੀ ਹੋ ਰਿਹਾ। ਪਰ ਅਸੀਂ ਇੱਕ ਮੌਕਾ ਮੰਗਦੇ ਹਾਂ, ਸਾਨੂੰ ਇੱਕ ਮੌਕਾ ਦੇ ਕੇ ਦੇਖੋ। ਅਸੀਂ ਟਰਾਂਸਫਾਰਮੇਸ਼ਨ 'ਚ ਬਿਲੀਵ ਕਰਦੇ ਹਾਂ। ਆਮ ਆਦਮੀ ਪਾਰਟੀ 'ਚ ਇੰਨੀ ਕੈਪੇਬਿਲਿਟੀ ਆ, ਉਹ ਕਿਸੇ ਵੀ ਸੋਲੂਸ਼ਨ ਨੂੰ, ਕਿਸੇ ਵੀ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਦੀ ਹੈ, ਕਿਉਂਕਿ ਸਾਡੀ ਇੰਟੈਂਸ਼ਨ ਅੱਛੀ ਹੈ। ਜਦੋਂ ਪਾਰਟੀ ਦੀ ਜਾਂ ਕਿਸੇ ਸੰਸਥਾ ਦੀ ਇੰਟੈਂਸ਼ਨ ਅੱਛੀ ਹੋਵੇ ਤਾਂ ਲੋਕਾਂ ਨੂੰ ਉਸ ਚੀਜ਼ ਦਾ ਬੈਸਟ ਰਿਜ਼ਲਟ ਮਿਲਦਾ ਹੈ। ਤਾਂ ਕਰਕੇ ਮੇਰੀ ਜਨਤਾ ਤੋਂ ਇਹੀ ਅਪੀਲ ਹੈ, ਇਲੈਕਸ਼ਨ ਨੇੜੇ ਹੈ, ਇੱਕ ਮੌਕਾ ਦਿਓ, ਸਾਡਾ ਐਮਪੀ ਬਣਾਓ। ਉਸ ਤੋਂ ਬਾਅਦ ਸਾਡਾ ਜੇ ਮੇਅਰ ਵੀ ਬੰਦਾ ਹੈ, ਇਹ ਕੂੜੇ ਦਾ ਪਹਾੜ ਅਸੀਂ 1 ਸਾਲ ਦੇ ਵਿੱਚ ਖਤਮ ਕਰਕੇ ਦਿਖਾਵਾਂਗੇ। ਕਿਉਂਕਿ ਜੋ ਸ਼ੁਰੂ ਤੋਂ ਕਹਿੰਦੇ ਆ ਰਿਹਾ, ਇਹਨਾਂ ਦਾ ਚੋਣ ਪ੍ਰਚਾਰ ਸ਼ੁਰੂ ਤੋਂ ਹੀ ਇਸੇ ਮੁੱਦੇ ਤੇ ਅਟਕਿਆ ਰਿਹਾ। ਹਰ ਸਾਲ ਇਲੈਕਸ਼ਨ ਹੁੰਦੇ ਸੀ, ਚਾਹੇ 5 ਸਾਲ ਬਾਅਦ ਹੋ ਰਿਹਾ ਜਾਂ ਐਮਸੀ ਦਾ ਇਲੈਕਸ਼ਨ ਹੋ ਰਿਹਾ, ਉੱਥੇ ਹਮੇਸ਼ਾ ਕੂੜੇ ਦੇ ਪਹਾੜ ਦੀ ਗੱਲ ਹੁੰਦੀ ਰਹੀ, ਪਰ ਕਿਸੇ ਨੇ ਇਹਦੇ ਤੇ ਕੰਮ ਨਹੀਂ ਕਰਿਆ। ਸੋ ਸਾਨੂੰ ਇੱਕ ਮੌਕਾ ਦਿਓ, ਅਸੀਂ ਕਰਕੇ ਦਿਖਾਵਾਂਗੇ। ਚਲੋ ਥੈਂਕ ਯੂ। ਇਹ ਸੀਗੇ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਜਿਹੜੇ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸਟੱਡੀ ਟੂਰ ਗਿਆ ਉਸ ਦਾ ਵਿਰੋਧ ਕੀਤਾ ਔਰ ਇਹਨਾਂ ਦਾ ਕਹਿਣਾ ਹੈ ਕਿ ਇਹ ਕੂੜੇ ਦਾ ਪਹਾੜ ਨਹੀਂ ਆ, ਇਹ ਸਿਉਣੇ ਦੀ ਖਾਣ ਹੈਗੀ ਆ। ਕਿਉਂਕਿ ਪਿਛਲੇ 15 ਸਾਲ ਤੋਂ ਇਸ ਕੂੜੇ ਦੇ ਪਹਾੜ ਨੂੰ ਲੈ ਕੇ ਰਾਜਨੀਤੀ ਤਾਂ ਜ਼ਰੂਰ ਹੋ ਰਹੀ ਆ, ਪਰ ਪਹਾੜ ਹਟਣ ਦਾ ਜਾਂ ਘਟਣ ਦਾ ਨਾਂ ਨਹੀਂ ਲੈ ਰਿਹਾ। ਜਿਹੜਾ ਪਹਾੜ ਹੈ ਲਗਾਤਾਰ ਉੱਚਾ ਹੁੰਦਾ ਜਾ ਰਿਹਾ ਔਰ ਜਿਹੜੇ ਆਸ-ਪਾਸ ਦੇ ਲੋਕ ਹੈ ਉਹ ਲਗਾਤਾਰ ਬਿਮਾਰ ਪੈ ਰਿਹਾ। ਉੱਥੇ ਡੈਥ ਵੀ ਬਹੁਤ ਵੱਡੀ ਸੰਖਿਆ 'ਚ ਹੋ ਰਹੀਆਂ, ਪਰ ਕਿਸੇ ਨੂੰ ਇਸ 'ਤੇ ਕੋਈ ਅਸਰ ਨਹੀਂ ਪੈ ਰਿਹਾ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਸ ਵਾਰੀ ਵੀ ਇਹ ਇਲੈਕਸ਼ਨ ਦਾ ਮੁੱਦਾ ਰਹੇਗਾ ਔਰ ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰੀ ਉਹਨਾਂ ਦਾ ਜਿਹੜਾ ਹੈ ਜਦ ਐਮਪੀ ਬਣਿਆ ਤਾਂ ਉਹਨਾਂ ਦਾ ਦਾਅਵਾ ਹੈ ਕਿ ਉਹ ਇਹ ਕੂੜੇ ਦਾ ਪਹਾੜ 1 ਸਾਲ 'ਚ ਖਤਮ ਕਰ ਦੇਣਗੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਦੀਪਕ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ।